गुड मॉर्निंग ऑल। मैं मोनिका मेहता अज ਤੁਹਾਨੂੰ ਕਰਾ ਰਹੀ ਹਾਂ ਸਟੇਟਸ ਆਫ ਮੈਟਰ। ਮੈਟਰ ਕੀ ਹੁੰਦਾ ਹੈ? ਜੋ ਸਪੇਸ ਆਕੂਪਾਈ ਕਰੇ, ਹੈਵਿੰਗ ਮਾਸ ਤੇ ਵੋਲਿਊਮ, that substance is known as ਮੈਟਰ। ਮੈਟਰ ਕਾਂਟ ਬੀ ਕ੍ਰੀਏਟਡ ਨੋਰ ਬੀ ਡਿਸਟਰੋਏ। ਨਾ ਇਹਨੂੰ ਬਣਾ ਸਕਦੇ ਆ ਨਾ ਡਿਸਟਰੋਏ ਕਰ ਸਕਦੇ ਆ। ਨਾਓ ਲੈਟਸ ਸਟੱਡੀ ਅਬਾਊਟ ਦੀ ਸਟੇਟਸ ਆਫ ਮੈਟਰ। Three types: solid, liquid and gases. Solid ਦੀਆਂ examples ਜਿਵੇਂ wood, ice, liquid water, gas, hydrogen, oxygen. These are some matter is in the state of solid, ਕੋਈ liquid ਕੋਈ gas ਦੀ state 'ਚ ਹੁੰਦਾ। Now in the solid the molecules are compactly packed। ਇਹਨਾਂ 'ਚ intermolecular फोर्स ऑफ अट्रैक्शन ज़्यादा होएगी। इंटरमोलिकुलर फोर्स ऑफ अट्रैक्शन ज़्यादा होएगी। फोर्स ऑफ अट्रैक्शन इन दी सॉलिड ਦੇ ਅਣੂਆਂ ਦੇ ਵਿੱਚ ਆਕਰਸ਼ਣ ਬਲ ਕੀ ਹੁੰਦਾ ਹੈ? ਜ਼ਿਆਦਾ ਹੁੰਦਾ ਹੈਗਾ। ਫੋਰਸ ਆਫ ਅਟਰੈਕਸ਼ਨ ਕੀ ਹੈ? ਦੇ ਆਰ ਕਲੋਜ਼ਲੀ ਪੈਕਡ। ਠੀਕ ਹੈ, ਕਲੋਜ਼ਲੀ ਪੈਕ ਹੋਣ ਕਰਕੇ ਤਾਂ ਇਹਨਾਂ 'ਚ ਫੋਰਸ ਆਫ ਅਟਰੈਕਸ਼ਨ ਜਿਹੜੀ ਹੈਗੀ ਆ, force of attraction is much more than as compared to liquid and gas. They all occupy volume, having mass। ठीक है, they acquire the shape in a vessel। they can be compressed or not compressed or not। All these properties are based upon the force of attraction। force of attraction ਤੇ ਡਿਪੈਂਡ ਕਰਦੀਆਂ ਇੰਟਰ ਆਪਸੀ ਮੋਲੀਕਿਊਲ 'ਚ ਜਿਹੜੀਆਂ ਫੋਰਸ ਹੁੰਦੀਆਂ ਹੈਗੀਆਂ। ਤਾਂ ਸੋਲਿਡ ਨੂੰ ਕੰਪਰੈਸ ਕੀਤਾ ਜਾ ਸਕਦਾ? ਨੋ, ਓਨਲੀ ਸਪੌਂਸ ਨੂੰ ਛੱਡ ਕੇ। ਠੀਕ ਹੈ, ਉਹਨਾਂ ਦੇ ਵਿੱਚ ਕਿਆ ਹੁੰਦੀ ਹੈ? ਏਅਰ ਸਪੇਸਿਸ ਹੁੰਦੀ ਹੈ। ਦੈਟ ਇਜ਼ ਸੋਲਿਡ, ਉਹਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ। ਸੋਲਿਡ ਦਾ ਆਪਣਾ ਨਿਸ਼ਚਿਤ ਆਕਾਰ, ਸ਼ੇਪ ਐਂਡ ਵੋਲਿਊਮ, ਨਿਸ਼ਚਿਤ ਮਾਸ, ਵੋਲਿਊਮ ਐਂਡ ਆਇਤਨ ਹੁੰਦਾ ਹੈ, ਵੋਲਿਊਮ ਹੁੰਦਾ ਹੈ। ਅਤੇ ਲਿਕੁਡ ਦਾ ਵੋਲਿਊਮ, ਮਾਸ ਹੋਏਗਾ। ਇਹ ਜਿਸ ਵੀ ਬਰਤਨ 'ਚ ਪਾਈਏ ਉਸੇ ਦਾ ਸ਼ੇਪ ਇਕੁਆਇਰ ਕਰ ਲੈਂਦੇ ਹੈਗੇ ਆ। ਗੈਸਿਸ ਵੀ, ਕਿਉਂਕਿ ਗੈਸਾਂ ਦੇ ਅਣੂਆਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ, ਆਪਸੀ ਆਕਰਸ਼ਣ ਕੀ ਹੈ? ਘੱਟ ਹੈ। ਤਾਂ ਦੇ ਸ਼ੋ ਦੀ ਮੂਵਮੈਂਟ ਲਾਈਕ ਡਿਫਿਊਜ਼ਨ ਸ਼ੋ ਕਰਦੇ ਹੈਗੇ ਆ, ਪ੍ਰਸਰਨ। ਲਿਕੁਡ ਦੇ ਵਿੱਚ ਵੀ ਇੱਦਾਂ ਹੀ ਹੁੰਦਾ। ਦੇ ਆਕੂਪਾਈ ਦੀ ਸਪੇਸ, ਹੈਵਿੰਗ ਵੋਲਿਊਮ, ਹੈਵਿੰਗ ਮਾਸ। ਮਾਸ ਤਾਂ ਹੋਏਗਾ ਹੀ, ਮੈਟਰ ਹੈ। ਤਾਂ ਦੇ ਸੋਲਿਡ, ਲਿਕੁਡ ਐਂਡ ਗੈਸ 'ਚ ਅਕੋਰਡਿੰਗ ਟੂ ਫੋਰਸ ਆਫ ਅਟਰੈਕਸ਼ਨ ਇਹਨਾਂ ਦੀਆਂ ਪ੍ਰੋਪਰਟੀਜ਼ ਡਿਪੈਂਡ ਕਰਦੀਆਂ। ਸੋਲਿਡਸ ਨੂੰ ਕੰਪਰੈਸ ਨਹੀਂ ਕਰ ਸਕਦੇ, ਪਰ ਗੈਸਿਸ ਅਤੇ ਲਿਕੁਡ ਨੂੰ ਅਸੀਂ ਕੰਪਰੈਸ ਕਰ ਸਕਦੇ ਹਾਂ। ਤਾਂ ਮੋਲੀਕਿਊਲ ਜਿਨ੍ਹਾਂ 'ਚ ਫੋਰਸ ਆਫ ਅਟਰੈਕਸ਼ਨਸ ਘੱਟ ਹੈ। ਦੇ ਸ਼ੋ ਦੀ ਮੂਵਮੈਂਟਸ। ਠੀਕ ਹੈ, ਗੈਸ ਦੇ ਅਣੂ ਜਿਹੜੇ ਹੈਗੇ ਆ ਉਹ ਪ੍ਰਸਰਨ, ਡਿਫਿਊਜ਼ਨ ਸ਼ੋ ਕਰਨਗੇ। ਤਾਂ ਇਹ ਸੀਗੀਆਂ ਪ੍ਰੋਪਰਟੀਜ਼ ਸਟੇਟਸ ਆਫ ਮੈਟਰ। ਫਿਰ ਦਿਖਾਈਆਂ ਜਿਵੇਂ ਆਹ ਗਲਾਸ। ਠੀਕ ਹੈ, ਲਿਕੁਡ 'ਚ ਵਾਟਰ, ਏਅਰ, ਗੈਸਿਸ ਦਾ ਮਿਕਸਚਰ ਹੈਗਾ। ਈਵਨ ਪਲਾਜ਼ਮਾ, ਕੈਟਾਈਨ, ਐਨਾਈਨ। ਠੀਕ ਹੈ, ਐਟਮ, ਦਿਸ ਇਜ਼ ਆਲਸੋ ਦੀ ਪਲਾਜ਼ਮਾ ਇਜ਼ ਆਲਸੋ ਦੀ ਫੋਰਥ ਸਟੇਟ ਆਫ ਮੈਟਰ। ਜਿਵੇਂ ਆਈਸ ਨੂੰ ਅਸੀਂ ਮੈਲਟ ਕਰਦੇ ਹਾਂ ਤਾਂ ਉਹ ਤੋਂ ਕੀ ਬਣ ਜਾਂਦਾ? ਲਿਕੁਡ। ਲਿਕੁਡ ਨੂੰ ਗਰਮ ਕਰਨ 'ਤੇ ਉਹਦੇ ਕੀ ਬਣ ਜਾਂਦੇ? ਵੇਪਰ, ਗੈਸ ਸਟੇਟ। ਈਵਨ ਗੈਸ ਆਇਨਾਈਜ਼ ਹੋ ਕੇ ਪਲਾਜ਼ਮਾ ਜਾਂ ਇਨਵਰਸ ਕੈਨ ਬੀ ਪੋਸੀਬਲ। ਠੀਕ ਹੈ, ਪਲਾਜ਼ਮਾ ਤੋਂ ਗੈਸ ਬਣਾਈ ਜਾ ਸਕਦੀ ਹੈ। ਗੈਸ 'ਤੇ ਪ੍ਰੈਸ਼ਰ ਪਾ ਕੇ ਲਿਕੁਡ ਬਣਾਇਆ ਜਾ ਸਕਦਾ ਹੈ। ਲਿਕੁਡ ਨੂੰ ਹੋਰ ਪ੍ਰੈਸ ਕਰਕੇ ਸੋਲਿਡ ਬਣਾ ਸਕਦੇ ਹਾਂ। ਤਾਂ ਦੀਜ਼ ਆਰ ਦੀ ਸਟੇਟਸ ਆਫ ਮੈਟਰ: ਮੈਲਟਿੰਗ, vaporization, ionization, freezing, condensation and deionization are the phenomena which due to which the state changes. Solid changes into liquid due to melting. Liquid changes into gas. One by one we read in this chapter. Only these are the states of matter. This is the in this diagram shown the boiling of the water. Water boils at a boiling point of the water shown. Boiling point of the water is 100 degree Celsius। ਠੀਕ ਹੈ, ਤਾਂ ਅਗਰ ਸੈਲਸੀਅਸ ਨੂੰ ਕੈਲਵਿਨ 'ਚ ਚੇਂਜ ਕਰਨਾ ਹੋਵੇ ਦੈਨ ਐਡ 273। ਤਾਂ ਆਨਸਰ ਕਿੰਨਾ ਆ ਜਾਏਗਾ? 373 ਕੈਲਵਿਨ।
ਤਾਂ ਇੱਦਾਂ ਸੈਲਸੀਅਸ ਨੂੰ ਅਸੀਂ ਕਿਸ 'ਚ ਚੇਂਜ ਕਰ ਸਕਦੇ ਹਾਂ, ਕੈਲਵਿਨ ਸਕੇਲ ਦੇ ਵਿੱਚ ਚੇਂਜ ਕਰ ਸਕਦੇ ਹੋ। ਵਾਟਰ ਦਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ, 100 ਡਿਗਰੀ ਸੈਲਸੀਅਸ। then precipitation, evaporation, these are the inverse phenomena from the during summer lot of evaporation takes place। water ਜੋ ਹੈ ਉਹਦੇ ਕੀ ਬਣ ਜਾਣਗੇ, ਵੇਪਰਸ ਬਣ ਜਾਣਗੇ ਬਾਈ absorption of heat, ਠੀਕ ਹੈ। ਤਾਂ ਇਹਦੇ ਕੀ ਬਣ ਗਏ, ਵਾਟਰ ਦੇ ਕਿਆ ਬਣ ਗਏ, ਵੇਪਰ। ਉਹ ਵੇਪਰਸ ਕਿਆ ਹੋਣਗੇ, ਕੰਡੈਂਸੇਸ਼ਨ ਹੋਏਗੀ, ਸੰਘਣਨ ਕਹਿੰਦੇ ਆ। ਡਿਊ ਟੂ ਕੰਡੈਂਸੇਸ਼ਨ ਤਾਂ ਵੇਪਰਸ ਤੋਂ ਕਿਆ ਬਣੇਗਾ, ਵੇਪਰਸ ਆਰ ਕਨਵਰਟਡ ਇਨਟੂ ਅਗੇਨ ਲਿਕੁਡ। ਦਿਸ ਲੀਡਸ ਟੂ ਦੀ ਪ੍ਰੈਸੀਪੀਟੇਸ਼ਨ, ਠੀਕ ਹੈ। ਇਹਦੇ ਨਾਲ ਕੀ ਹੋਏਗੀ, ਬਾਰਿਸ਼ ਪਏਗੀ। ਕਿਆ ਹੁੰਦਾ, ਗਰਮੀਆਂ ਦੇ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਨਦੀਆਂ, ਝੀਲਾਂ, ਜੋ ਵੀ ਵਾਟਰ ਦੇ ਰਿਸੋਰਸਿਸ ਆ ਉਹਨਾਂ ਤੋਂ ਪਾਣੀ ਦੇ ਕੀ ਬਣ ਜਾਣਗੇ, ਵੇਪਰ ਬਣ ਜਾਣਗੇ। ਲਿਕੁਡ ਤੋਂ ਕੀ ਬਣ ਗਏ, ਵੇਪਰ। ਉੱਪਰ ਅਸਮਾਨ 'ਚ ਜਾ ਕੇ ਉੱਥੇ ਕੀ ਆ, ਕੂਲਿੰਗ ਹੋਏਗੀ ਉਹਨਾਂ ਦੀ, ਤਾਂ ਕੰਡੈਂਸ ਹੋ ਗਏ, ਸੰਘਣਨ ਹੋ ਗਿਆ, ਤਾਂ ਉਹ ਕਿਸ 'ਚ ਕਨਵਰਟ ਹੋ ਜਾਣਗੇ, ਲਿਕੁਡ 'ਚ, ਠੀਕ ਹੈ। ਵੇਪਰ ਅਗੇਨ ਚੇਂਜਸ ਇਨਟੂ ਦੀ ਲਿਕੁਡ, ਤਾਂ ਉਹਨੂੰ ਕੀ ਕਹਿੰਦੇ ਆ, ਕੰਡੈਂਸੇਸ਼ਨ। ਤਾਂ ਇੱਦਾਂ ਬਾਰਿਸ਼ ਹੁੰਦੀ ਹੈ। ਵੈਪੋਰੇਸ਼ਨ ਮੀਨਸ ਲਿਕੁਡ ਟੂ ਵਾਟਰ ਦਾ ਵੈਪੋਰੇਸ਼ਨ, ਲਿਕੁਡ ਟੂ ਗੈਸ, ਦਿਸ ਇਜ਼ evaporation ਤੇ ਕੰਡੈਂਸੇਸ਼ਨ, these are two the reversible phenomena। Transpiration means evaporation from the plant surface from the through the stomata, that is the transpiration। in this also shown how the liquid upon evaporation changes into gas upon condensation again changes into liquid। and if we sublimation is directly solid changes into the gases, that is sublimation, or gas changes into solid, that is a desublimation। then melting of ice, solid changes into liquid, and when or this is the freezing, these are melting and freezing are also inverse of each other। then again show ਕਿ ਸੋਲਿਡ ਦੇ ਵਿੱਚ ਜਿਹੜੀਆਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਹੈ, ਅਣੂਆਂ ਦੇ ਵਿੱਚ ਆਪਸੀ ਆਕਰਸ਼ਣ ਬਲ ਕੀ ਹੁੰਦਾ, ਜ਼ਿਆਦਾ ਹੁੰਦਾ। ਇਸ ਕਰਕੇ ਸੋਲਿਡਸ ਦਾ ਨਿਸ਼ਚਿਤ ਆਕਾਰ, ਸ਼ੇਪ, ਵੋਲਿਊਮ ਹੁੰਦਾ। ਇਹਨਾਂ ਦੀ ਆਪਣੀ ਸ਼ੇਪ ਹੋਏਗੀ, ਆਇਤਨ ਹੋਏਗਾ ਔਰ ਮਾਸ ਹੋਏਗਾ। ਇਹਨਾਂ ਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ, ਪਰ ਸਪੌਂਜ ਜਾਂ ਕੇਕ ਲਗਾਓ, ਉਹਦੇ ਵਿੱਚ ਪੋਰਸ ਹੁੰਦੇ ਆ, ਗੈਸ ਭਰੀ ਹੁੰਦੀ ਆ, ਉਹਨਾਂ ਨੂੰ ਹੈ ਤਾਂ ਸੋਲਿਡ ਪਰ ਉਹਨਾਂ ਨੂੰ ਕੰਪਰੈਸ ਕਰ ਸਕਦੇ ਹੈਗੇ ਆ। ਇਹ ਆਪੇ ਮੂਵ ਨਹੀਂ ਕਰ ਸਕਦੇ, ਠੀਕ ਹੈ, ਕਿਉਂਕਿ ਇਹਨਾਂ 'ਚ ਆਕਰਸ਼ਣ ਬਲ ਕੀ ਹੈ, ਜ਼ਿਆਦਾ, ਫੋਰਸ ਆਫ ਅਟਰੈਕਸ਼ਨ ਕਿਆ ਹੈ, ਜ਼ਿਆਦਾ। ਪਰ ਲਿਕੁਡ ਨੂੰ ਜਿਸ ਬਰਤਨ 'ਚ ਪਾਈਏ ਉਸੇ ਦਾ ਆਕਾਰ ਧਾਰਨ ਕਰ ਲੈਂਦੇ ਹਨ। ਇਹਨਾਂ ਦਾ ਆਪਣਾ ਵੋਲਿਊਮ, ਆਇਤਨ ਹੁੰਦਾ, ਮਾਸ ਹੁੰਦਾ। ਇਹ ਪ੍ਰਸਰਨ ਕਰਨਗੇ, ਪ੍ਰਸਰਨ ਮੀਨਸ ਡਿਫਿਊਜ਼ਨ ਕਰਦੇ ਹੈਗੇ ਆ। ਵੈਨ ਤੁਸੀਂ ਦੇਖਿਆ ਵਾਟਰ ਕਿਆ ਇਹ ਫਲੋ ਕਰ ਜਾਂਦਾ ਹਾਈ ਲੈਵਲ ਟੂ ਲੋ ਲੈਵਲ, ਕਿਉਂਕਿ ਇਹਨਾਂ 'ਚ ਗੁਰਤਾਕਰਸ਼ਣ ਬਲ ਘੱਟ ਹੈ, ਇੰਟਰਮੋਲੀਕੂਲਰ ਸਪੇਸਿਸ ਕੀ ਹੈ, ਵੱਧ ਹੈ। ਗੈਸਾਂ ਦੇ ਅਣੂਆਂ ਦੇ ਵਿੱਚ ਆਪਸੀ ਆਕਰਸ਼ਣ ਬਲ ਕੀ ਹੈ, ਘੱਟ ਹੈ, ਫੋਰਸ ਆਫ ਅਟਰੈਕਸ਼ਨ ਘੱਟ ਹੈਗੀ ਹੈ, ਤਾਂ ਇਹ ਵੀ ਡਿਫਿਊਜ਼ਨ ਕਰਨਗੇ, ਪ੍ਰਸਰਨ ਕਰਨਗੇ, ਫੈਲਦੀਆਂ। ਪ੍ਰਸਰਨ ਦਾ ਮੀਨਸ ਫੈਲਦੀਆਂ। ਤੁਸੀਂ ਇੱਕ ਕਮਰੇ ਦੇ ਕਿਨਾਰੇ 'ਤੇ ਅਗਰਬੱਤੀ ਲਗਾਈ ਤਾਂ ਅਗਰਬੱਤੀ ਦਾ ਧੂੰਆਂ ਸਾਰੇ ਕਮਰੇ 'ਚ ਫੈਲ ਜਾਏਗਾ। ਇਹਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰਸਰਨ ਕਹਿੰਦੇ ਹਾਂ, ਡਿਫਿਊਜ਼ਨ ਕਹਿੰਦੇ ਹਾਂ। ਗੈਸਾਂ ਦਾ ਆਪਣਾ ਆਕਾਰ ਨਹੀਂ ਹੁੰਦਾ, ਇਹਨਾਂ ਨੂੰ ਜਿਸ ਬਰਤਨ 'ਚ ਪਾਈਏ ਉਸ ਦਾ ਆਕਾਰ ਧਾਰਨ ਕਰ ਲੈਂਦੀਆਂ ਹਨ। ਇਹਨਾਂ ਨੂੰ ਲਿਕੁਡ ਅਤੇ ਗੈਸਾਂ ਨੂੰ ਕੰਪਰੈਸ ਕੀਤਾ ਜਾ ਸਕਦਾ। ਲਿਕੁਡ ਅਤੇ ਗੈਸ ਡਿਫਿਊਜ਼ਨ ਸ਼ੋ ਕਰਦੇ ਆ। ਹੋਪ ਬਾਈਲਿੰਗੁਅਲ ਪੜ੍ਹਾ ਰਹੇ ਹਾਂ ਤਾਂ ਤੁਹਾਨੂੰ ਦੋਨੋਂ ਮੀਡੀਅਮ 'ਚ ਪੂਰੀ ਸਮਝ ਆ ਚੁੱਕੀ ਹੋਣੀ ਹੈ। ਦਿਸ ਇਜ਼ ਆਲਸੋ ਦੀ ਸਟੇਟਸ ਆਫ ਮੈਟਰ। ਨਾਓ ਟੈਂਪਰੇਚਰ ਕਨਵਰਸ਼ਨ, ਯੂ ਕੈਨ ਸੀ ਕਿ ਦੋ ਤਰ੍ਹਾਂ ਦੀ ਸਕੇਲ ਦਿਖਾਈ ਹੋਈ ਹੈ ਇੱਥੇ ਦੇਖੋ, ਠੀਕ ਹੈ। ਸੈਲਸੀਅਸ 'ਚ 30 ਡਿਗਰੀ ਹੈ, ਤਾਂ ਇੱਧਰ ਕਿੰਨਾ ਹੈਗਾ ਫੋਰਨ ਹੀਟ 'ਚ ਆਲਮੋਸਟ 100, ਆਲਮੋਸਟ ਕਹਿ ਰਹੇ ਹਾਂ, ਠੀਕ ਹੈ। ਤਾਂ these two temperature are equal, Celsius and Fahrenheit are equal। 30 degree Celsius you can say 100 degree Fahrenheit। This is the thermometer। with the help of thermometer you can measure the temperature। ਕਿਸੇ ਵੀ ਚੀਜ਼ ਦਾ ਤੁਸੀਂ
ਸਟੇਟ ਦਾ ਟੈਂਪਰੇਚਰ ਮਾਪ ਸਕਦੇ ਹੋ ਥਰਮਾਮੀਟਰ ਦੀ ਹੈਲਪ ਦੇ ਨਾਲ। ਜੋ ਲੈਬੋਰਟਰੀ 'ਚ ਅਸੀਂ ਥਰਮਾਮੀਟਰ ਯੂਜ਼ ਕਰਦੇ ਹੈਗੇ ਆ ਉਹਦੀ ਰੇਂਜ ਕਿੰਨੀ ਹੁੰਦੀ ਆ, 0 ਤੋਂ ਲੈ ਕੇ ਐਨੀ ਰੇਂਜ, ਕਿਸੇ ਵੀ ਰੇਂਜ ਦਾ ਹੋ ਸਕਦਾ ਅਕੋਰਡਿੰਗ ਟੂ ਯੂਟੀਲਿਟੀ। ਪਰ ਡਾਕਟਰ ਜੋ ਥਰਮਾਮੀਟਰ ਯੂਜ਼ ਕਰਦੇ ਆ ਉਹਦੀ ਰੇਂਜ ਕਿੰਨੀ ਹੁੰਦੀ ਆ 32 ਟੂ 47 ਆਈ ਥਿੰਕ, ਠੀਕ ਹੈ ਡਾਇਰੈਕਟਲੀ। ਤਾਂ ਇੰਨੀ ਕਦੀ ਰੇਂਜ ਹੁੰਦੀ ਹੈ, ਲਿਮਿਟਡ ਰੇਂਜ ਹੁੰਦੀ ਹੈ, ਮੀਨਸ 100 ਡਿਗਰੀ ਸੈਲਸੀਅਸ ਤੱਕ ਸਾਡਾ ਬੋਡੀ ਟੈਂਪਰੇਚਰ ਨੂੰ ਮੇਜ਼ਰ ਕਰਦਾ ਹੈਗਾ। ਦੈਨ ਫਰੀਜ਼ਿੰਗ ਆਫ ਦੀ ਆਈਸ, ਫਰੀਜ਼ਿੰਗ ਪੁਆਇੰਟ ਯੂ ਕੈਨ ਸੇ ਫਰੀਜ਼ਿੰਗ ਪੁਆਇੰਟ ਐਂਡ ਮੈਲਟਿੰਗ ਪੁਆਇੰਟ ਸੇਮ ਹੀ ਚੀਜ਼ ਹੈਗੀ ਆ। ਤਾਂ ਪਿਘਲਾਓ ਦਰਜਾ ਅਤੇ ਜਮਾਓ ਦਰਜਾ, ਠੀਕ ਹੈ। ਪਿਘਲਾਓ ਦਰਜਾ ਅਤੇ ਜਮਾਓ ਦਰਜਾ ਇਹ ਕੀ ਹੈ, ਸੇਮ ਹੁੰਦੇ ਆ 0 ਡਿਗਰੀ ਸੈਲਸੀਅਸ। ਵਿਦ ਦੀ ਹੈਲਪ ਆਫ ਥਰਮਾਮੀਟਰ ਅਸੀਂ ਕੀ ਹੈ ਵਾਟਰ ਦਾ ਫਰੀਜ਼ਿੰਗ ਪੁਆਇੰਟ ਔਰ ਮੈਲਟਿੰਗ ਪੁਆਇੰਟ ਮੇਜ਼ਰ ਕਰ ਸਕਦੇ ਹਾਂ। ਆਹ ਦਿਖਾਇਆ ਗਲਾਸ ਇਨ ਆਈਸ ਪਾਈ ਹੋਈ ਹੈ, ਥਰਮਾਮੀਟਰ ਰੱਖਿਆ ਹੋਇਆ, ਮੈਲਟਿੰਗ ਪੁਆਇੰਟ ਪਹਿਲਾਂ ਸ਼ੁਰੂ 'ਚ ਕਿੰਨਾ ਟੈਂਪਰੇਚਰ ਸੀਗਾ -15, ਫਿਰ 0 'ਤੇ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਸਟੇਬਲ ਹੈ, ਪਹਿਲਾਂ -15 ਡਿਗਰੀ ਸੀ ਜਦੋਂ ਪਾਇਆ, ਫਿਰ ਮੈਲਟਿੰਗ ਪੁਆਇੰਟ 0 ਆ ਗਿਆ, ਉਸ ਤੋਂ ਬਾਅਦ ਨੋ ਚੇਂਜ, ਠੀਕ ਹੈ। ਤਾਂ ਇਹਦਾ ਜਦੋਂ ਫਿਰ ਹੋਰ ਪਿਘਲ ਗਈ ਅਤੇ ਸਾਰੀ ਬਰਫ਼ ਜਦੋਂ ਪਿਘਲ ਜਾਂਦੀ ਹੈਗੀ ਹੈ ਇਹ ਦਿਖਾਇਆ ਹੈਗਾ। ਤਾਂ ਇਹਦਾ ਮੈਲਟਿੰਗ ਪੁਆਇੰਟ ਕਿੰਨਾ ਹੋ ਗਿਆ 0 ਡਿਗਰੀ ਸੈਲਸੀਅਸ। ਮੈਲਟਿੰਗ ਪੁਆਇੰਟ ਕੀ ਹੁੰਦਾ, ਜਿਸ 'ਤੇ ਕੋਈ ਵੀ ਸੋਲਿਡ ਲਿਕੁਡ 'ਚ ਕਨਵਰਟ ਹੁੰਦਾ, ਉਸ ਨੂੰ ਅਸੀਂ ਕੀ ਕਹਿੰਦੇ ਹਾਂ ਮੈਲਟਿੰਗ ਪੁਆਇੰਟ ਕਹਿੰਦੇ ਹਾਂ। ਆਈਸ ਹੈ, ਸੋਲਿਡ ਤੋਂ ਕੀ ਬਣ ਰਹੀ ਹੈ ਲਿਕੁਡ, ਅਪੋਨ ਹੀਟਿੰਗ ਜਿੱਥੇ ਉਹਦੀ ਸਟੇਟ ਚੇਂਜ ਹੋ ਜਾਂਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹੈਗੇ ਆ ਉਸ ਦਾ ਮੈਲਟਿੰਗ ਪੁਆਇੰਟ। ਦਿਸ ਪਿਕਚਰ ਡਿਪਿਕਟਸ ਅਬਾਊਟ ਦੀ ਮੈਲਟਿੰਗ ਪੁਆਇੰਟ of the water and freezing point. Change of the state summary, solid to liquid change होना melting, ठीक है, melting। पिघलाओ दर्जा और लिक्विड ਦਾ solid बनना ਇਹਨੂੰ freezing ਕਹਿੰਦੇ ਆ। ਲਿਕੁਡ ਤੋਂ ਗੈਸ बनना evaporation और ਗੈਸ ਤੋਂ ਲਿਕੁਡ बनना ਇਸ ਨੂੰ ਕੀ ਕਵਾਂਗੇ ਕੰਡੈਂਸੇਸ਼ਨ, ਠੀਕ ਹੈ। ਡਿਊ ਟੂ ਕੰਡੈਂਸੇਸ਼ਨ ਪ੍ਰੈਸੀਪਿਟੇਸ਼ਨ ਹੁੰਦੀ ਹੈ, ਬਾਰਿਸ਼। evaporation ਅਤੇ ਕੰਡੈਂਸੇਸ਼ਨ ਦੋਨਾਂ ਫਿਨੋਮੀਨਸ ਦੇ ਕਰਕੇ ਕਿਆ ਹੋਏਗੀ ਬਾਰਿਸ਼ ਪਏਗੀ, ਮੀਂਹ ਪੈਂਦਾ ਹੈਗਾ। ਮੈਲਟਿੰਗ ਪੁਆਇੰਟ ਜਿਵੇਂ ਆਹ ਕੈਂਡਲ ਹੈਗੀ ਹੈ ਮੈਲਟ ਕਰ ਰਹੀ ਹੈ, ਬੋਇਲਿੰਗ ਪੁਆਇੰਟ ਅਤੇ ਫਰੀਜ਼ਿੰਗ ਆਈਸ ਜੰਮਦੀ ਹੈਗੀ ਹੈ, ਆਈਸ ਕਰੀਮ। ਬੋਇਲਿੰਗ ਪੁਆਇੰਟ ਅਤੇ ਵਾਟਰ ਤੋਂ ਭਾਫ਼ ਨਿਕਲ ਰਹੀ ਹੈ, ਇਹਨੂੰ ਕੀ ਕਹਿੰਦੇ ਆ ਦਾ ਬੋਇਲਿੰਗ ਪੁਆਇੰਟ। ਪਿਕਚਰ ਤੋਂ ਹੀ ਕਲੀਅਰ ਹੋ ਜਾਂਦਾ, ਠੀਕ ਹੈ। ਮੋਸਟਲੀ ਇਹੀ ਹੈ ਕਿ ਪਿਕਚਰ ਤੋਂ ਹੀ ਕਲੀਅਰ ਹੋ ਜੇ। ਬੋਇਲਿੰਗ ਪੁਆਇੰਟ ਹਰ ਇੱਕ ਜਗ੍ਹਾ 'ਤੇ ਅਲੱਗ ਅਲੱਗ ਹੁੰਦਾ ਹੈ। ਦੇਖੋ ਵਾਟਰ ਦਾ ਬੋਇਲਿੰਗ ਪੁਆਇੰਟ ਸਰਫੇਸ 'ਤੇ ਕਿੰਨਾ ਹੈਗਾ 100 ਡਿਗਰੀ ਸੈਲਸੀਅਸ। ਜਦੋਂ ਅਸੀਂ ਉੱਪਰ ਜਾਂਦੇ ਹਾਂ ਹਾਈਟ 'ਤੇ ਤਾਂ ਬੋਇਲਿੰਗ ਪੁਆਇੰਟ ਕਿੰਨਾ ਹੋ ਜਾਂਦਾ, ਘੱਟ ਜਾਂਦਾ, ਕਿਉਂਕਿ ਬੋਇਲਿੰਗ ਪੁਆਇੰਟ 'ਤੇ ਪ੍ਰੈਸ਼ਰ ਜਿਹੜਾ ਹੈਗਾ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਆ ਅਕੋਰਡਿੰਗ ਟੂ ਬੋਇਲਾ ਨੇ ਕਿਹਾ ਸੀਗਾ, ਠੀਕ ਹੈ, ਡਿਪਿਕਟ ਕੀਤਾ। ਤਾਂ ਅਗਰ ਪ੍ਰੈਸ਼ਰ ਜਿਵੇਂ ਹਾਈਟ 'ਤੇ ਜਾਂਦੇ ਹਾਂ ਪ੍ਰੈਸ਼ਰ ਘੱਟ ਗਿਆ ਤਾਂ ਟੈਂਪਰੇਚਰ ਕੀ ਹੈ ਵੱਧ ਜਾਏਗਾ। ਪ੍ਰੈਸ਼ਰ ਘੱਟ ਜਾਂਦਾ ਟੈਂਪਰੇਚਰ ਵਧੇਗਾ। ਐਟਮੋਸਫੈਰਿਕ ਪ੍ਰੈਸ਼ਰ ਐਟ ਦੀ ਹਾਈਟ ਸ਼ੁੱਡ ਇਨਕਰੀਜ਼। ਪ੍ਰੈਸ਼ਰ ਹਾਈਟ 'ਤੇ ਇਨਕਰੀਜ਼ ਹੁੰਦਾ ਤਾਂ ਬੋਇਲਿੰਗ ਪੁਆਇੰਟ ਕੀ ਹੈ ਘੱਟ ਹੋ ਰਿਹਾ, ਔਰ ਡੀਪ ਇਨ ਦੀ ਸੀ ਜਾ ਰਹੇ ਹਾਂ ਤਾਂ ਪ੍ਰੈਸ਼ਰ ਵੱਧ ਰਿਹਾ, ਘੱਟ ਰਿਹਾ, ਬੋਇਲਿੰਗ ਪੁਆਇੰਟ ਕਿਆ ਹੈ ਵੱਧ ਰਿਹਾ। ਬੋਇਲਿੰਗ ਪੁਆਇੰਟ ਇਜ਼ ਦੀ ਟੈਂਪਰੇਚਰ ਵੇਅਰ ਦੀ ਵੇਪਰ ਪ੍ਰੈਸ਼ਰ ਇਕੁਅਲ ਦੀ ਐਟਮੋਸਫੈਰਿਕ ਪ੍ਰੈਸ਼ਰ। ਬੋਇਲਿੰਗ ਪੁਆਇੰਟ ਕਿਹੜਾ ਪੁਆਇੰਟ ਹੁੰਦਾ ਜਿਸ 'ਤੇ ਵੇਪਰ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਇਕੁਅਲ ਹੁੰਦਾ, ਉਸਨੂੰ ਬੋਇਲਿੰਗ ਪੁਆਇੰਟ ਕਹਿੰਦੇ ਆ। ਮੀਨਸ ਲੈਂਡ 'ਤੇ 100 ਡਿਗਰੀ ਸੈਲਸੀਅਸ ਹੈ ਵਾਟਰ ਦਾ ਸੀ ਲੈਵਲ 'ਤੇ, ਔਰ ਹਾਈਟ 'ਤੇ ਐਵਰੇਜ 'ਤੇ ਜਾਈਏ ਤਾਂ ਬੋਇਲਿੰਗ ਪੁਆਇੰਟ ਵਾਟਰ ਦਾ ਘਟ ਗਿਆ, ਡੀਪ ਸੀ ਜਾਈਏ ਬੋਇਲਿੰਗ ਪੁਆਇੰਟ ਕੀ ਹੈ ਵੱਧ ਰਿਹਾ ਹੈਗਾ। ਤਾਂ ਇਹ ਕੀ ਹੈ ਬੋਇਲਿੰਗ ਪੁਆਇੰਟ ਦਾ ਹਾਈਟ ਨਾਲ ਡਿਫਰੈਂਸ। ਇਸ ਡਾਇਗਰਾਮ 'ਚ ਵੀ ਇਹੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਜਿਵੇਂ ਹਾਈਟ 'ਤੇ ਜਾਂਦੇ ਹਾਂ ਬੋਇਲਿੰਗ ਪੁਆਇੰਟ ਵਾਟਰ ਦਾ ਘਟਦਾ ਜਾਂਦਾ, ਕਿਉਂਕਿ ਐਟਮੋਸਫੈਰਿਕ ਪ੍ਰੈਸ਼ਰ ਘਟੇਗਾ, ਹੈ ਨਾ। ਹਾਂ ਸੋਰੀ,
P is directly PV equal to nRT, ਇਹ ਬੋਇਲ ਚਾਰਲਸ ਤਾਂ ਪ੍ਰੈਸ਼ਰ ਜੋ ਹੈ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਉੱਥੇ ਆਈ ਰੋਂਗਲੀ ਡਿਪਿਕਟ ਕਿ ਪ੍ਰੈਸ਼ਰ ਵਧਣ ਦੇ ਨਾਲ ਟੈਂਪਰੇਚਰ ਵੱਧਦਾ ਹੈਗਾ। ਤਾਂ ਜਿਵੇਂ ਜਿਵੇਂ ਹਾਈਟ 'ਤੇ ਜਾਂਦੇ ਹਾਂ ਅਸੀਂ, ਬੋਇਲਿੰਗ ਪੁਆਇੰਟ ਕਿਆ ਹੈ ਘਟ ਰਿਹਾ। ਦੇਖੋ ਪਹਿਲਾਂ ਸਰਫੇਸ 'ਤੇ 100 ਸੀਗਾ, ਸਰਫੇਸ 'ਤੇ ਕੀ ਆ 100 ਹੈ, ਹਾਈਟ 'ਤੇ ਬੋਇਲਿੰਗ ਪੁਆਇੰਟ ਘਟ ਗਿਆ ਔਰ ਡੀਪ ਸੀ ਕੀ ਹੈ ਵੱਧ ਰਿਹਾ। ਇਹ ਹਾਈਟ 'ਤੇ ਦਿਖਾ ਰਹੇ ਆ ਬੋਇਲਿੰਗ ਪੁਆਇੰਟ ਘਟਦਾ ਜਾਂਦਾ ਕਿਉਂਕਿ ਪ੍ਰੈਸ਼ਰ ਦੇ ਕਰਕੇ। ਠੀਕ ਹੈ, ਉਸ ਤੋਂ ਬਾਅਦ ਚੇਂਜ ਫੋਰਨ ਹੀ ਕੈਲਵਿਨ ਨੂੰ ਸਕੇਲਸ ਹੈਗੀਆਂ ਤੁਹਾਡੀਆਂ, ਕੈਲਵਿਨ ਨੂੰ ਚੇਂਜ ਕਰਨਾ ਤਾਂ 273 ਐਡ ਕਰੋਗੇ ਕੈਲਵਿਨ ਸਕੇਲ 'ਚ ਚੇਂਜ ਕਰ ਲਓਗੇ। ਐਕਸਰਸਾਈਜ਼ ਦੇ ਕੁਐਸਚਨ 'ਚ ਇਹ ਕਰਿਓ। ਔਰ ਇਸ 'ਚ ਸੈਲਸੀਅਸ ਅਤੇ ਫੋਰਨ ਹੀਟ ਦਾ ਰਿਲੇਸ਼ਨਸ਼ਿਪ ਹੈ। ਕੋਈ ਵੀ ਫਾਰਮੂਲਾ ਤੁਸੀਂ ਯੂਜ਼ ਕਰ ਸਕਦੇ ਹੋ, 9th ਕਲਾਸ ਦੇ ਸਿਲੇਬਸ 'ਚ ਇਹ ਹੈਗਾ। ਠੀਕ ਹੈ, ਜੇ ਸੈਲਸੀਅਸ ਨੂੰ ਫੋਰਨ ਹੀਟ 'ਚ ਚੇਂਜ ਕਰਨਾ ਹੈ -32/5 ਕਰਕੇ ਯੂ ਕੈਨ ਈਜ਼ਲੀ ਰਿਮੈਂਬਰ। ਜਿਵੇਂ ਵਾਟਰ ਜਿਹੜਾ ਹੈਗਾ 0 ਡਿਗਰੀ 'ਤੇ ਫਰੀਜ਼ ਹੁੰਦਾ ਤਾਂ ਕੈਲਵਿਨ 'ਤੇ 0 ਡਿਗਰੀ + 273 ਮੀਨਸ ਤੁਸੀਂ ਕਿੰਨਾ ਕਹੋਗੇ 273 ਕੈਲਵਿਨ 'ਤੇ ਕਿਆ ਹੁੰਦਾ ਇਹ ਫਰੀਜ਼ ਹੋਏਗਾ। ਠੀਕ ਹੈ, ਵਾਟਰ ਬੋਇਲ ਕਿੰਨੇ 'ਤੇ ਹੋ ਰਿਹਾ 100 'ਤੇ ਤਾਂ ਇਹ ਇਸ 'ਤੇ। ਠੀਕ ਹੈ, 100 + 273 ਤਾਂ ਕਿੰਨਾ ਆ ਗਿਆ 373 ਕੈਲਵਿਨ ਆਨਸਰ ਆ ਜਾਏਗਾ। ਤਾਂ ਇਹ ਵਾਟਰ ਦਾ ਇੱਕ ਸਕੇਲ ਨੂੰ ਦੂਸਰੀ ਸਕੇਲ 'ਚ ਕਿਵੇਂ ਟੈਂਪਰੇਚਰ ਕਨਵਰਟ ਕਰ ਸਕਦੇ ਹੋ, ਜਾਂ ਤਾਂ ਐਵੇਂ ਕਰੋ। ਔਰ ਫਾਰਨ ਹੀਟ 'ਚ ਕਰਨਾ ਹੈਗਾ ਤਾਂ ਤੁਸੀਂ ਇਹ ਫਾਰਮੂਲਾ ਲਗਾ ਕੇ 4 ਤਰ੍ਹਾਂ ਦੀ ਸਕੇਲ ਹੈ ਸੈਲਸੀਅਸ, ਫਾਰਨ ਹੀਟ, ਰੈਂਕਰ ਅਤੇ ਕੈਲਵਿਨ ਸਕੇਲ। ਇਹਨਾਂ 'ਚੋਂ ਜਿਵੇਂ ਸੈਲਸੀਅਸ ਅਤੇ ਕੈਲਵਿਨ ਦਾ ਇਹ ਵਾਲਾ ਰਿਲੇਸ਼ਨਸ਼ਿਪ ਬਣ ਜੂ, ਇਹਨਾਂ ਨੂੰ ਯੂਟੀਲਾਈਜ਼ ਕਰਕੇ ਤੁਸੀਂ ਚੇਂਜ ਕਰ ਸਕਦੇ ਹੋ। ਮੈਕੈਨਿਜ਼ਮ ਆਫ ਹੀਟ ਟਰਾਂਸਫਰ। ਠੀਕ ਆ, ਇੱਕ ਪੈਨ ਦੇ ਵਿੱਚ ਵਾਟਰ ਗਰਮ ਕਰ ਰਹੇ ਆ ਤਾਂ ਜੋ ਹੈ ਨੀਚੇ ਦਿਖਾਇਆ ਰੇਡੀਏਸ਼ਨ ਇਫੈਕਟ, ਰੇਡੀਏਸ਼ਨ ਰਾਹੀਂ ਤਾਂ ਮੋਲੀਕਿਊਲਸ ਨੇ ਹੀਟ ਅਬਜ਼ੋਰਬ ਕਰਕੇ ਕੀਤੀ ਤਾਂ ਉਹ ਇੱਕ ਮੋਲੀਕਿਊਲ ਨੇ ਦੂਸਰੇ ਨੂੰ ਦਿੱਤੀ, ਅੱਗੇ ਅੱਗੇ ਟਰਾਂਸਫਰ ਕੀਤੀ, ਉਹਨੂੰ ਕੀ ਕਹਿੰਦੇ ਆ ਕਨਵੈਕਸ਼ਨ। ਠੀਕ ਹੈ, ਔਰ ਉਸ ਤੋਂ ਵੇਪਰਸ ਬਣਨੇ ਸ਼ੁਰੂ ਹੋ ਗਏ। ਔਰ ਕੰਡਕਸ਼ਨ ਦਾ ਮੀਨਸ ਜੋ ਆਹ ਮੈਟਲ ਦਾ ਪੈਨ ਹੈਗਾ ਉਹਦੇ ਨਾਲ ਆਹ ਜੋ ਡੰਡੀ ਲੱਗੀ ਹੋਈ ਆ ਉਹ ਵੀ ਗਰਮ ਹੋਏਗੀ। ਇੱਕ ਧਾਤ ਦੇ ਇੱਕ ਮੋਲੀਕਿਊਲ ਤੋਂ ਦੂਸਰੇ ਤੱਕ ਅਣੂਆਂ ਤੱਕ ਐਨਰਜੀ ਟਰਾਂਸਫਰ ਹੋਏਗੀ। ਤਾਂ ਇੱਦਾਂ ਰੇਡੀਏਸ਼ਨ, ਕਨਵੈਕਸ਼ਨ ਅਤੇ ਕੰਡਕਸ਼ਨ, ਚਾਲਨ, ਸੰਵਹਿਨ ਅਤੇ ਵਿਕਰਨਾ। ਠੀਕ ਹੈ, ਵਿਕਰਨ ਚਾਲਨ ਦਾ ਮੀਨਸ ਹੋ ਗਿਆ ਕੰਡਕਸ਼ਨ, ਕਨਵੈਕਸ਼ਨ ਦਾ ਮੀਨਸ ਹੋ ਗਿਆ ਕਿਆ ਹੁੰਦਾ ਸੰਵਹਿਨ। ਠੀਕ ਹੈ, ਤਾਂ ਇੱਦਾਂ ਤੁਸੀਂ ਦਿਖਾ ਸਕਦੇ ਹੋ ਹੀਟ ਟਰਾਂਸਫਰ ਫਰੋਮ। ਔਰ ਲੇਟੈਂਟ ਹੀਟ ਕੀ ਹੁੰਦੀ ਆ, ਉਹ ਵਾਲੀ ਹੀਟ ਜਿਹਦੇ ਨਾਲ ਇੱਕ ਸੋਲਿਡ ਲਿਕੁਇਡ 'ਚ ਚੇਂਜ ਹੁੰਦਾ, ਦੈਟ ਹੀਟ ਇਜ਼ ਨੋਨ ਐਜ਼ ਦੀ ਲੇਟੈਂਟ ਹੀਟ ਆਫ ਮੈਲਟਿੰਗ। ਕਿਸੇ ਵੀ ਸੋਲਿਡ ਅਤੇ ਦੀਆਂ ਫੋਰਸਿਸ ਨੂੰ ਤੋੜਨ ਲਈ ਜਿਹੜੀ ਊਰਜਾ ਚਾਹੀਦੀ ਹੈਗੀ ਉਹਨੂੰ ਲੇਟੈਂਟ ਹੀਟ ਆਫ ਮੈਲਟਿੰਗ ਕਹਿੰਦੇ ਆ। ਫਿਰ ਲੇਟੈਂਟ ਹੀਟ ਆਫ ਫਿਊਜ਼ਨ, ਉਹ ਐਨਰਜੀ ਜਿਹਦੇ ਨਾਲ ਸੋਲਿਡ ਲਿਕੁਇਡ 'ਚ ਚੇਂਜ ਹੁੰਦਾ। ਜਿਵੇਂ ਪਹਿਲਾਂ ਸੋਲਿਡ ਨੇ ਮਤਲਬ ਹੀਟ ਉਹ ਵਾਲਾ ਟੈਂਪਰੇਚਰ ਜਿਹਦੇ ਨਾਲ ਸੋਲਿਡ ਚੇਂਜਸ ਇਨਟੂ ਲਿਕੁਇਡ, ਦੈਟ ਇਜ਼ ਨੋਨ ਐਜ਼ ਹੀਟ ਆਫ ਫਿਊਜ਼ਨ, ਉਹਨੂੰ ਹੀਟ ਆਫ ਫਿਊਜ਼ਨ ਕਹਿੰਦੇ ਆ। ਐਪਲੀਕੇਸ਼ਨ ਕੀ ਹੈ ਲੇਟੈਂਟ ਹੀਟ ਦੀ ਇਨ ਐਵਰੀਡੇ ਲਾਈਫ। ਤੁਸੀਂ ਇੱਕ ਪੈਨ ਦੇ ਵਿੱਚ ਪਾਣੀ ਗਰਮ ਕਰ ਰਹੇ ਹੋ, ਬੋਇਲਿੰਗ ਵਾਟਰ। ਠੀਕ ਹੈ, ਉਹ ਤੋਂ ਵੇਪਰਸ ਬਣਨੇ ਸ਼ੁਰੂ ਹੋ ਜਾਣਗੇ ਤਾਂ ਵੇਪਰ ਸਟੀਮ ਜਿਹੜੀ ਹੈ ਮੋਰ, ਉਹਦੀ ਸਟੀਮ ਦੀ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਵਾਟਰ। ਤਾਂ ਤੁਹਾਡੇ ਅਗਰ ਹੱਥ 'ਤੇ ਸਟੀਮ ਲੱਗ ਜੇ ਔਰ ਗਰਮ ਵਾਟਰ ਲੱਗੇ ਤਾਂ ਬਰਨਿੰਗ ਕਿਸ ਕੇਸ 'ਚ ਜ਼ਿਆਦਾ ਹੋਊਗੀ, ਸਟੀਮ ਦੇ ਕੇਸ 'ਚ, ਕਿਉਂਕਿ ਸਟੀਮ ਦੇ ਵਿੱਚ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਸਟੀਮ ਦੀ ਜ਼ਿਆਦਾ, ਤਾਂ ਇਸ ਕਰਕੇ ਤੁਸੀਂ ਸੀਰੀਅਸਲੀ ਬਰਨ ਕਰ ਜਾਓਗੇ ਐਜ਼ ਕੰਪੇਅਰ ਟੂ ਹੌਟ ਵਾਟਰ। ਇਹ ਫਾਰਮੂਲਾ ਹੈਗਾ ਕਿਊ ਹੀਟ ਚੇਂਜ ਕਿੰਨੀ ਅਬਜ਼ੋਰਬ ਕੀਤੀ ਹੈ ਲੇਟੈਂਟ ਹੀਟ ਨਾਲ, ਜਿੰਨਾ ਉਹਦਾ ਮਾਸ ਹੈ। ਹੀਟ ਇਜ਼ ਇੱਕ ਤਰ੍ਹਾਂ ਦੀ ਐਨਰਜੀ ਹੁੰਦੀ ਹੈ, ਇਹਦੀਆਂ ਯੂਨਿਟਸ ਕਿਆ ਹੋਣਗੀਆਂ ਜੂਲ, ਮਾਸ ਦੀਆਂ ਕਿਲੋਗ੍ਰਾਮ, ਔਰ ਇਹਦੀਆਂ ਜੂਲ ਕਿਲੋਗ੍ਰਾਮ। ਠੀਕ, ਤਾਂ ਐਲ ਦੀਆਂ ਯੂਨਿਟਸ ਕੱਢ ਸਕਦੇ ਹਾਂ ਜੂਲ ਪਰ
kg। ਲੇਟੈਂਟ ਹੀਟ ਦੀਆਂ ਯੂਨਿਟਸ ਆ ਜਾਣਗੀਆਂ। ਐਪਲੀਕੇਸ਼ਨ ਆਫ ਲੇਟੈਂਟ ਹੀਟ, ਅਸੀਂ ਇੱਕ ਗਿਲਾਸ ਦੇ ਵਿੱਚ ਡਰਿੰਕ ਪਾਇਆ, ਉਹਦੇ ਵਿੱਚ ਆਈਸ ਪਾਉਂਦੇ ਹਾਂ, ਤਾਂ ਆਈਸ ਤੋਂ ਜਿਹੜੀ ਹੀਟ ਹੈ ਕੌਣ ਅਬਜ਼ੋਰਬ ਕਰ ਲਏਗਾ? ਸਾਡਾ ਪਾਣੀ ਜਾਂ ਡਰਿੰਕ। ਤਾਂ ਇਹਦੇ ਨਾਲ ਪਾਣੀ ਕੀ ਹੈ, ਠੰਡਾ ਹੋ ਜਾਏਗਾ ਅਬਜ਼ੋਰਪਸ਼ਨ ਦੇ ਨਾਲ। ਆਈਸ ਮੈਲਟ ਕਰਦੀ ਹੈ, ਠੀਕ ਹੈ, ਹੀਟ ਅਬਜ਼ੋਰਬ ਕਰਕੇ ਅਤੇ ਵਾਟਰ 'ਚ ਕਨਵਰਟ। ਈਵਨ ਫਰੀਜ਼ਿੰਗ ਕਰ ਸਕਦੇ ਹੋ ਫੂਡ ਨੂੰ ਪ੍ਰੀਜ਼ਰਵ ਕਰਨ ਲਈ। ਤਾਂ ਇਹ ਵੀ ਲੇਟੈਂਟ ਹੀਟ ਦੀਆਂ ਐਪਲੀਕੇਸ਼ਨਸ ਹੈਗੀਆਂ। ਤੁਸੀਂ ਮੇਜ਼ਰ ਕਿਵੇਂ ਕਰਨਾ ਹੈਗਾ ਹੀਟ ਨੂੰ? ਹੀਟ ਆਫ ਫਿਊਜ਼ਨ ਦਿਖਾਇਆ ਆਈਸ, ਅਤੇ ਇੰਸਟਰੂਮੈਂਟ ਜੂਲ ਮੀਟਰ ਆਉਂਦਾ ਹੈਗਾ। ਇਹਦੀ ਹੈਲਪ ਦੇ ਨਾਲ ਤੁਸੀਂ ਉਹਦਾ ਜੋ ਇਮਰਸ਼ਨ ਹੀਟਰ ਹੈ ਉਹਦੇ ਵਿੱਚ ਪਾਓਗੇ, ਬਰਫ਼ ਪਿਘਲਣੀ ਸ਼ੁਰੂ ਹੋ ਜਾਏਗੀ। ਨੀਚੇ ਬੀਕਰ ਰੱਖਿਆ ਹੈਗਾ, ਉਹਦੇ ਵਿੱਚ ਪਾਣੀ ਇਕੱਠਾ ਹੋ ਜਾਏਗਾ ਅਤੇ ਜੂਲ ਮੀਟਰ ਦੇ ਉੱਤੇ ਤੁਹਾਡੀ ਰੀਡਿੰਗ ਆ ਜਾਂਦੀ ਹੈਗੀ ਹੈ। ਇੱਦਾਂ ਜਿੰਨਾ ਪਾਣੀ ਪਿਘਲੇਗਾ ਉਹਨੂੰ ਤੁਸੀਂ ਮੇਜ਼ਰ ਕਰ ਸਕਦੇ ਹੋ, ਅਤੇ ਫਾਰਮੂਲਾ ਲਾ ਸਕਦੇ ਹੋ Q=MST ਲਗਾ ਕੇ, ਠੀਕ ਹੈ, ਲੇਟੈਂਟ ਹੀਟ ਆਫ ਫਿਊਜ਼ਨ ਕੱਢ ਸਕਦੇ ਹੋ। ਮੈਲਟਿੰਗ ਦੇ ਵਿੱਚ ਕਿਆ ਹੋਏਗਾ? ਬਰਫ਼ ਤੋਂ ਕੀ ਬਣ ਰਿਹਾ? ਪਾਣੀ। ਤਾਂ ਐਨਰਜੀ ਕੀ ਹੋਏਗੀ? ਅਬਜ਼ੋਰਬ ਹੋਏਗੀ, ਠੀਕ ਹੈ। ਔਰ ਕੁਝ ਕੁ ਐਨਰਜੀ ਦੇ ਨਾਲ ਮੋਲੀਕਿਊਲ ਕਿਆ ਹੋ ਜਾਂਦੇ ਆ? ਐਕਟਿਵ ਹੋ ਜਾਂਦੇ ਆ। ਤਾਂ ਮੈਲਟਿੰਗ ਪੁਆਇੰਟ ਉਹ ਵਾਲਾ ਟੈਂਪਰੇਚਰ ਹੈ ਜਿੱਥੇ ਕਿਸੇ ਦੀ ਸੋਲਿਡ ਤੋਂ ਲਿਕੁਇਡ ਬਣਦਾ ਹੈਗਾ, ਮੀਨਜ਼ ਸਟੇਟ ਚੇਂਜ ਹੁੰਦੀ ਆ, ਉਹਨੂੰ ਮੈਲਟਿੰਗ ਪੁਆਇੰਟ ਕਹਿੰਦੇ ਆ। ਸੋਲਿਡ ਤੋਂ ਲਿਕੁਇਡ ਬਣ ਰਿਹਾ, ਮੈਲਟਿੰਗ ਪੁਆਇੰਟ। ਲਿਕੁਇਡ ਤੋਂ ਗੈਸ ਬਣ ਰਹੀ ਹੈ, ਵੇਪਰ ਬਣ ਰਿਹਾ, ਬੋਇਲਿੰਗ ਪੁਆਇੰਟ। ਔਰ ਕੋਈ ਵੀ ਲਿਕੁਇਡ ਹੈ ਉਹ ਆਈਸ 'ਚ ਕਨਵਰਟ ਹੋ ਰਿਹਾ, ਫਰੀਜ਼ ਹੋ ਰਿਹਾ, ਉਸ ਪੁਆਇੰਟ ਨੂੰ ਜਿਸ ਟੈਂਪਰੇਚਰ 'ਤੇ ਫਰੀਜ਼ ਹੋ ਰਿਹਾ ਉਸਨੂੰ ਕੀ ਕਹਾਂਗੇ? ਫਰੀਜ਼ਿੰਗ ਪੁਆਇੰਟ। ਅਗੇਨ state of matter. Thank you for watching the video. Hope so you understand well than me.